ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕੈਨੇਡਾ ਇਮੀਗ੍ਰੈਂਟਸ ਦੀ ਧਰਤੀ ਹੈ ਤੇ ਹਰ ਕੋਈ ਐਜ਼ ਅ ਇਮੀਗ੍ਰੈਂਟ ਇੱਥੇ ਆਉਣਾ ਚਾਹੁੰਦਾ, ਇੱਥੇ ਆ ਕੇ ਰਹਿਣਾ ਚਾਹੁੰਦਾ ਤੇ ਇੱਥੇ ਆ ਕੇ ਪੱਕਾ ਹੋਣਾ ਚਾਹੁੰਦਾ। ਚਾਹੇ ਉਹ ਪੜ੍ਹਾਈ ਦੇ ਲਈ ਆਇਆ ਹੋਵੇ, ਚਾਹੇ ਉਹ ਵਰਕ ਕਰਨ ਦੇ ਲਈ ਆਇਆ ਹੋਵੇ ਤੇ ਜਾਂ ਕਿਸੇ ਨੂੰ ਮਿਲਣ ਦੇ ਲਈ ਆਇਆ ਹੋਵੇ, ਹਰ ਕੋਈ ਚਾਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਰਿਹਾ ਜਾਵੇ। ਇਸੇ ਕਰਕੇ ਹੁਣ ਕੈਨੇਡੀਅਨ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਇਮੀਗ੍ਰੈਂਟਸ ਇੱਥੇ ਰਹਿਣ, ਇੱਥੇ ਆ ਕੇ ਆਪਣੀ ਜ਼ਿੰਦਗੀ ਉਹ ਸੁਖਾਲੀ ਕਰਨ, ਕਿਉਂਕਿ ਇੱਥੇ ਵੀ ਕਾਮਿਆਂ ਦੀ ਬੜੀ ਵੱਡੀ ਘਾਟ ਚੱਲ ਰਹੀ ਹੈ। ਪਿਛਲੇ ਸਮੇਂ ਤੋਂ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਤੇ ਨਵੇਂ ਪ੍ਰੋਗਰਾਮ ਵੀ ਇੰਟਰੋਡਿਊਸ ਕੀਤੇ ਜਾ ਰਹੇ ਨੇ। ਐਕਸਪ੍ਰੈਸ ਐਂਟਰੀ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਵੀ ਕਹਿ ਸਕਦੇ ਹਾਂ ਤੇ ਪੋਪੂਲਰ ਵੀ ਪ੍ਰੋਗਰਾਮ ਕਿਹਾ ਜਾ ਸਕਦਾ ਹੈ। ਇਹ ਪ੍ਰੋਗਰਾਮ ਦੇ ਡਰਾਅ ਪਿਛਲੇ ਸਪਟੈਂਬਰ ਤੋਂ ਹੋਲਡ ਤੇ ਪਏ ਸਨ ਤੇ ਹੁਣ ਜੁਲਾਈ ਦਾ ਪਹਿਲਾ ਹਫਤਾ ਚੱਲ ਰਿਹਾ ਤੇ ਇਸ ਹਫਤੇ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੇ ਪ੍ਰੋਮਿਸ ਕੀਤਾ ਸੀ ਕਿ ਇਸ ਦੇ ਡਰਾਅ ਜਿਹੜੇ ਨੇ ਉਹ ਨਿਕਲਣਗੇ। ਇਹ ਡਰਾਅ ਨਿਕਲ ਰਹੇ ਨੇ, ਪਰ ਡਰਾਅ ਨਿਕਲਣ ਤੋਂ ਪਹਿਲਾਂ ਤੁਸੀਂ ਕਿਹੜੀਆਂ ਤਿਆਰੀਆਂ ਕਰ ਸਕਦੇ ਆ, ਇਸ ਬਾਰੇ ਜਾਣਦੇ ਆ ਇਮੀਗ੍ਰੇਸ਼ਨ ਕੰਸਲਟੈਂਟ ਤੋਂ। 6 ਤਰੀਕ ਨੂੰ ਐਕਸਪ੍ਰੈਸ ਐਂਟਰੀ ਦਾ ਡਰਾਅ ਆ ਰਿਹਾ। ਹੋ ਜੋ ਤਿਆਰ, ਬਣਾ ਲਓ ਆਪਣੀਆਂ ਪ੍ਰੋਫਾਈਲਾਂ। ਜਿਹਨੇ ਪ੍ਰੋਫਾਈਲ ਨਹੀਂ ਬਣਾਈ ਤਿਆਰ ਹੋ ਜਾਓ, ਕਿਉਂਕਿ ਡਰਾਅ ਫੈਡਰਲ ਸਕਿਲਡ ਵਰਕਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਆ ਰਿਹਾ ਵਾ। ਯੂ ਨੈਵਰ ਨੋ ਕਿ ਕਿੰਨੇ ਤੇ ਡਰਾਅ ਜਾਵੇ। ਹੋ ਸਕਦਾ ਡਰਾਅ ਜ਼ਿਆਦਾ ਸਕੋਰ ਦਾ ਆਵੇ, ਬਟ ਨਿਰਾਸ਼ ਨਾ ਹੋਇਓ, ਕਿਉਂਕਿ ਆਉਣ ਵਾਲੇ ਡਰਾਅ ਬੈਸਟ ਹੋਣਗੇ, ਘੱਟ ਸਕੋਰ 'ਤੇ ਹੋਣਗੇ। ਬਟ ਜ਼ਰੂਰੀ ਆ ਕਿ ਤੁਹਾਡੀ ਪ੍ਰੋਫਾਈਲ ਬਣੀ ਹੋਣੀ ਚਾਹੀਦੀ ਆ। ਜੇ ਤੁਹਾਨੂੰ ਪ੍ਰੋਫਾਈਲ ਬਣਾਉਣ ਦੇ ਵਿੱਚ ਕੋਈ ਵੀ ਹੈਲਪ ਚਾਹੀਦੀ ਆ ਤਾਂ ਪਲੀਜ਼ ਹੈਰੀ ਇਮੀਗ੍ਰੇਸ਼ਨ ਨੂੰ ਜ਼ਰੂਰ ਸੰਪਰਕ ਕਰਿਓ at 6043560006 ਜਾਂ ਸਾਡੀ ਵੈਬਸਾਈਟ harryimmigration.com 'ਤੇ ਜਾ ਕੇ ਤੁਸੀਂ ਸਾਡਾ ਨੰਬਰ ਲੈ ਸਕਦੇ ਹੋ। ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿੱਚ ਵਸਦੇ ਕੈਨੇਡਾ ਦੀ PR ਲੈਣ ਦੇ ਚਾਹਵਾਨ ਵਿਅਕਤੀਆਂ ਲਈ ਇੱਕ ਰਾਹਤ ਭਰੀ ਘੋਸ਼ਣਾ ਕਰਦਿਆਂ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਐਲਾਨ ਕੀਤਾ ਸੀ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਲਦ ਹੀ ਐਕਸਪ੍ਰੈਸ ਐਂਟਰੀ ਦੇ ਡਰਾਅ ਦੁਬਾਰਾ ਸ਼ੁਰੂ ਕੀਤੇ ਜਾ ਰਹੇ ਹਨ। ਮਿਨਿਸਟਰ ਫਰੇਜ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਬਿਨੇਕਾਰਾਂ ਨੂੰ ਇਨਵੀਟੇਸ਼ਨ ਭੇਜੇ ਜਾਣਗੇ। ਕੋਵਿਡ ਦੇ ਚੱਲਦਿਆਂ ਕੈਨੇਡਾ ਵੱਲੋਂ ਇਸ ਸ਼੍ਰੇਣੀ ਵਿੱਚ ਦਸੰਬਰ 2020 ਤੋਂ ਬਾਅਦ ਕੋਈ ਵੀ ਡਰਾਅ ਨਹੀਂ ਕੱਢਿਆ ਗਿਆ। ਇਸ ਤੋਂ ਪਹਿਲਾਂ ਹਰ ਡਰਾਅ, ਜੋ ਕਿ ਆਮ ਤੌਰ ਤੇ 15 ਦਿਨਾਂ ਬਾਅਦ ਨਿਕਲਦਾ ਸੀ, ਵਿੱਚ 3000 ਤੋਂ ਵਧੇਰੇ ਬਿਨੇਕਾਰਾਂ ਦੀਆਂ ਅਰਜ਼ੀਆਂ ਸਵੀਕਾਰਦਿਆਂ ਉਹਨਾਂ ਨੂੰ ਆਪਣੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਲਈ ਇਨਵੀਟੇਸ਼ਨ ਭੇਜਿਆ ਜਾਂਦਾ ਸੀ। ਤਾਂ ਦੱਸ ਦਈਏ ਕਿ ਕੋਵਿਡ ਦੇ ਚੱਲਦਿਆਂ ਵੱਖ-ਵੱਖ ਦੇਸ਼ਾਂ ਵਿਚਕਾਰ ਉਡਾਨਾਂ ਬੰਦ ਸਨ। ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਵਿਅਕਤੀ COPR ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਮਿਲਣ ਤੇ ਵੀ ਕੈਨੇਡਾ ਨਹੀਂ ਪਹੁੰਚ ਪਾ ਰਹੇ ਸਨ, ਜਿਸ ਤੋਂ ਬਾਅਦ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ ਸਨ। ਐਕਸਪ੍ਰੈਸ ਐਂਟਰੀ ਦੇ ਡਰਾਅ ਨਾ ਨਿਕਲਣ ਕਾਰਨ ਭਾਰਤ ਸਮੇਤ ਹੋਰਨਾਂ ਦੇਸ਼ਾਂ ਵਿਚਲੇ ਕੈਨੇਡਾ ਜਾਣ ਦੇ ਬਹੁਤ ਸਾਰੇ ਚਾਹਵਾਨਾਂ ਦੇ ਪੱਲੇ ਨਿਰਾਸ਼ਾ ਪਈ। ਬਹੁਤ ਸਾਰੇ ਚਾਹਵਾਨਾਂ ਦੀ ਆਈਲੈਟਸ ਦੀ ਮਿਆਦ, ਜੋ ਕਿ 2 ਸਾਲ ਹੁੰਦੀ ਹੈ, ਖਤਮ ਹੋ ਚੁੱਕੀ ਹੈ। ਇਹ ਬਿਨੇਕਾਰ ਲੰਮੇ ਸਮੇਂ ਤੋਂ ਡਰਾਅ ਦੀ ਉਡੀਕ ਕਰ ਰਹੇ ਹਨ। ਇਮੀਗ੍ਰੇਸ਼ਨ ਕੰਸਲਟੈਂਟਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਬਿਨੇਕਾਰ ਲੰਮੇ ਸਮੇਂ ਤੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਦੀ ਉਡੀਕ ਕਰ ਰਹੇ ਸਨ ਅਤੇ ਇਹ ਉਹਨਾਂ ਸਭ ਲਈ ਰਾਹਤ ਭਰੀ ਖਬਰ ਹੈ। ਐਕਸਪ੍ਰੈਸ ਐਂਟਰੀ ਦੇ ਡਰਾਅ ਬੰਦ ਰਹਿਣ ਦੇ ਸਮੇਂ ਕੈਨੇਡਾ ਸਰਕਾਰ ਵੱਲੋਂ 6 ਮਈ ਨੂੰ TR to PR ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਤਹਿਤ ਸਿਹਤ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਪਰ ਇਸ ਦੌਰਾਨ ਕੈਨੇਡਾ ਤੋਂ ਬਾਹਰ ਵਸਦੇ ਬਿਨੇਕਾਰਾਂ ਨੂੰ ਉਡੀਕ ਕਰਨੀ ਪੈ ਰਹੀ ਸੀ। ਐਕਸਪ੍ਰੈਸ ਐਂਟਰੀ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਸਕਦੇ ਹਨ। ਇਸ ਵਿੱਚ ਬਿਨੇਕਾਰਾਂ ਨੂੰ ਉਮਰ, ਪੜ੍ਹਾਈ, ਤਜਰਬੇ ਅਤੇ ਆਈਲੈਟਸ ਆਦਿ ਦੇ ਨੰਬਰ ਮਿਲਦੇ ਹਨ। ਕੈਨੇਡਾ ਵਿੱਚ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਦੇ ਤਹਿਤ PR ਲੈ ਸਕਦੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿੱਚ ਹੋਈ ਸੀ। ਐਕਸਪ੍ਰੈਸ ਐਂਟਰੀ ਅਧੀਨ ਬਿਨੇਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ PR ਮਿਲ ਜਾਂਦੀ ਸੀ। ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਇਸ ਵਿੱਚ ਅਰਜ਼ੀ ਦਾ ਬਹੁਤ ਥੋੜ੍ਹੇ ਸਮੇਂ ਵਿੱਚ ਨਿਪਟਾਰਾ ਕੀਤਾ ਜਾਂਦਾ ਸੀ। ਬ੍ਰਿਟਿਸ਼ ਕੋਲੰਬੀਆ ਤੋਂ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹੈਰੀ ਇਮੀਗ੍ਰੇਸ਼ਨ ਤੋਂ ਹੈਰੀ ਦਾ ਕਹਿਣਾ ਹੈ ਕਿ ਦੇਖਣਾ ਹੋਵੇਗਾ ਕਿ ਕੈਨੇਡਾ ਵਿੱਚੋਂ ਪੜ੍ਹਾਈ ਅਤੇ ਤਜਰਬਾ ਹਾਸਲ ਕਰ ਚੁੱਕੇ ਬਿਨੇਕਾਰਾਂ ਲਈ ਅਲੱਗ ਤੋਂ ਡਰਾਅ ਕੱਢੇ ਜਾਣਗੇ ਜਾਂ ਸਭ ਲਈ ਇੱਕੋ ਹੀ ਡਰਾਅ ਰਹਿਣਗੇ। ਜ਼ਿਕਰਯੋਗ ਹੈ ਕਿ ਐਕਸਪ੍ਰੈਸ ਐਂਟਰੀ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਉਹ ਬਿਨੇਕਾਰ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਕੈਨੇਡਾ ਵਿੱਚ ਕੰਮ ਦਾ 1 ਸਾਲ ਦਾ ਤਜਰਬਾ ਹਾਸਲ ਕੀਤਾ ਹੁੰਦਾ ਹੈ। ਆਮ ਤੌਰ ਤੇ ਦੇਖਣ ਵਿੱਚ ਮਿਲਦਾ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਅਲੱਗ ਡਰਾਅ ਨਾ ਨਿਕਲਣ ਦੀ ਸੂਰਤ ਵਿੱਚ ਡਰਾਅ ਦੀ ਮੈਰਿਟ ਉੱਚੀ ਰਹਿੰਦੀ ਹੈ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਬਿਨੇਕਾਰ ਰਹਿ ਜਾਂਦੇ ਹਨ।
ਜਿੱਦਾਂ ਕਿ ਮੈਂ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਆਉਣ ਵਾਲੇ ਡਰਾਅ ਬਾਰੇ ਦੱਸ ਰਿਹਾ ਸੀ, ਇਹ ਡਰਾਅ ਫੈਡਰਲ ਸਕਿਲਡ ਵਰਕਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਕੰਬਾਈਨਡ ਵੀ ਆ ਸਕਦਾ, ਡਰਾਅ ਹਾਈ ਵੀ ਜਾ ਸਕਦਾ ਵਾ, ਬਟ ਘਬਰਾਇਓ ਨਾ। ਤੇ ਇਹ ਕੋਈ TR ਟੂ PR ਜਾਂ ਹੋਰ ਕੋਈ ਪਾਇਲਟ ਪ੍ਰੋਗਰਾਮ ਨਹੀਂ, ਇਹ ਐਕਸਪ੍ਰੈਸ ਐਂਟਰੀ ਦਾ ਹੀ ਡਰਾਅ ਆਊਗਾ। ਤੇ ਇਸ ਐਕਸਪ੍ਰੈਸ ਐਂਟਰੀ ਦੇ ਜੇ ਕਿਸੇ ਦਾ ਇਨਵੀਟੇਸ਼ਨ ਆਉਂਦਾ ਤਾਂ ਆਪਣੇ ਪਲੀਜ਼ ਤੁਹਾਡੇ ਐਕੈਡੈਮਿਕਸ, ਤੁਹਾਡੀ ਇਵੈਲੂਏਸ਼ਨ, ਤੁਹਾਡੀ IELTS, ਮੈਡੀਕਲ, PCC, ਐਕਸਪੀਰੀਅੰਸ ਲੈਟਰ, ਇਹ ਸਾਰੇ ਜਿੰਨੇ ਵੀ ਲੋੜੀਂਦਾ ਡਾਕੂਮੈਂਟਸ ਨੇ ਉਹਨਾਂ ਨੂੰ ਅਰੇਂਜ ਕਰਕੇ ਰੱਖੋ ਤਾਂ ਜੋ ਤੁਹਾਨੂੰ ਮੌਕੇ 'ਤੇ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ। ਇਮੀਗ੍ਰੇਸ਼ਨ ਮਿਨਿਸਟਰ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਮੰਤਰਾਲੇ ਵੱਲੋਂ ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨੇ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ। ਮਿਨਿਸਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਇਸ ਬਾਬਤ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿਸਟਮ ਵਿੱਚ ਸਤੰਬਰ 2021 ਦੌਰਾਨ 1,11,900 ਬਿਨੇਕਾਰਾਂ ਦੇ ਮੁਕਾਬਲੇ ਸਿਰਫ 48,000 ਬਿਨੇਕਾਰ ਹਨ ਅਤੇ ਹੋਰ ਅਰਜ਼ੀਆਂ ਦਾ ਨਿਪਟਾਰਾ ਹੋਣ ਤੇ ਇਹ ਸਾਰਾ ਬੈਕਲੌਗ ਜਲਦ ਹੀ ਖਤਮ ਹੋ ਜਾਵੇਗਾ। ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ 2022 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਇਸ ਸਾਲ ਜਨਵਰੀ ਤੋਂ ਮਾਰਚ ਦੇ ਦਰਮਿਆਨ 1,56,000 ਵਿਅਕਤੀਆਂ ਨੂੰ ਕੈਨੇਡਾ ਦੀ PR ਮਿਲੀ, ਜਦਕਿ 2021 ਵਿੱਚ ਇਸੇ ਸਮੇਂ ਦੇ ਦੌਰਾਨ ਇਹ ਗਿਣਤੀ 1,13,000 ਸੀ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੁਝ ਹੋਰ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਨਵੇਂ ਨਿਯਮਾਂ ਮੁਤਾਬਿਕ ਐਕਸਪ੍ਰੈਸ ਐਂਟਰੀ ਅਧੀਨ ਅਪਲਾਈ ਕਰਨ ਵਾਲੇ ਬਿਨੇਕਾਰਾਂ ਦੇ ਕੈਨੇਡਾ ਤੋਂ ਬਾਹਰ ਵਾਸਤੇ ਪਰਿਵਾਰਕ ਮੈਂਬਰ ਓਪਨ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕਦਮ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਕਰਨ ਦੇ ਇਰਾਦੇ ਨਾਲ ਲਿਆ ਗਿਆ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਓਪਨ ਵਰਕ ਪਰਮਿਟ ਅਪਲਾਈ ਕਰਨ ਸਮੇਂ ਬਹੁਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ। ਉਹਨਾਂ ਸ਼ਰਤਾਂ ਵਿੱਚ ਕੋਈ ਕਟੌਤੀ ਹੋਣ ਤੇ ਹੀ ਪਰਿਵਾਰਕ ਮੈਂਬਰ ਇਸ ਦਾ ਲਾਭ ਲੈ ਸਕਣਗੇ। ਮਿਨਿਸਟਰ ਫਰੇਜ਼ਰ ਵੱਲੋਂ ਕੀਤੇ ਗਏ ਐਲਾਨ ਵਿੱਚ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਰਾਹਤ ਭਰੀ ਖਬਰ ਹੈ। ਮਿਨਿਸਟਰ ਨੇ ਐਲਾਨ ਕੀਤਾ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਨਵਰੀ ਤੋਂ ਦਸੰਬਰ 2022 ਦੇ ਦੌਰਾਨ ਖਤਮ ਹੋ ਰਹੇ ਹਨ, ਉਹ 18 ਮਹੀਨਿਆਂ ਦੇ ਹੋਰ ਵਰਕ ਪਰਮਿਟ ਲਈ ਅਪਲਾਈ ਵੀ ਕਰ ਸਕਣਗੇ। ਅੰਕੜਿਆਂ ਮੁਤਾਬਿਕ ਜਨਵਰੀ ਤੋਂ ਲੈ ਕੇ ਦਸੰਬਰ 2022 ਦੇ ਦਰਮਿਆਨ 95,000 ਵਿਅਕਤੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਵਰਕ ਪਰਮਿਟ ਦੇਣ ਦਾ ਐਲਾਨ ਬਹੁਤ ਸਾਰੇ ਵਿਦਿਆਰਥੀਆਂ ਲਈ ਰਾਹਤ ਭਰਿਆ ਕਦਮ ਸੀ, ਪਰ ਕੁਝ ਵਿਦਿਆਰਥੀ ਫਿਲਹਾਲ ਵੀ ਵਾਂਝੇ ਰਹਿ ਗਏ ਹਨ। ਇਸ ਤੋਂ ਪਹਿਲਾਂ ਕੈਨੇਡੀਅਨ ਸਰਕਾਰ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਦੇ ਵਰਕ ਪਰਮਿਟ 27 ਨਵੰਬਰ ਤੱਕ ਖਤਮ ਹੋ ਰਹੇ ਸਨ ਤੇ ਪਰਮਿਟਾਂ ਦੀ ਮਿਆਦ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਨਵੇਂ ਐਲਾਨ ਤਹਿਤ 2022 ਜਨਵਰੀ ਤੋਂ ਪਰਮਿਟ ਦੀ ਮਿਆਦ ਖਤਮ ਹੋਣ ਵਾਲੇ ਵਿਦਿਆਰਥੀ ਲਾਭ ਲੈ ਸਕਣਗੇ। ਫਿਲਹਾਲ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਨਵੇਂ ਡਰਾਅ ਦੇ ਉੱਤੇ ਲੱਗੀਆਂ ਹੋਈਆਂ ਹਨ, ਜੋ ਕਿ 6 ਜੁਲਾਈ ਨੂੰ ਆਉਣ ਵਾਲਾ ਦੱਸਿਆ ਜਾ ਰਿਹਾ ਹੈ। And 62% were economic immigrants who are going to help us rebuild our economy. And though this is a bright spot for those who were here already, it did create significant inventories and processing delays for many of our overseas applicants, the human beings who want to come to Canada, who were most affected by travel restrictions. Now, we know that many talented and skilled newcomers have been waiting for a very long time, and we understand that they simply want to come to Canada as soon as possible. And I want them to know that Canada wants you here too. I want you to know that we're doing everything we can to process your application as soon as possible. And our department at Immigration, Refugees and Citizenship Canada is working to deliver the best possible client experience for all those who use our services, both in Canada and overseas. But frankly, I'm more than willing to admit that we can and we must continue to do better. We know that there is a labor shortage in Canada. We intend to use immigration to help address the labor shortage in Canada. But we need to remind Canadians who are seeking to come to Canada or businesses that are looking for employees, there is no shortage of economic migrants that are in the process right now to come to Canada. Some in the across a variety of different economic streams. The federal skilled worker stream is a really excellent tool to bring people who have serious talents to Canada. We are looking at dealing with some of the folks who are in Canada now, but we haven't come up with the perfect solution quite yet. We also will be continuing to process people who are in the inventory in other economic streams. So you'll forgive me if I won't agree that there's one specific stream that will provide the only opportunity
for businesses to secure access to workers. We have to look across all of our lines of business to make sure that we're maximizing the potential to get people here more quickly. And we'll continue to look for ways to target those sectors who've got the most acute labor needs to make sure that our immigration system is meeting the needs of the Canadian economy so we can bust out of the COVID-19 pandemic and get on with the economic recovery as quickly and as forcefully as possible. ਹਰ ਦਿਨ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਆਉਂਦੇ ਰਹਿੰਦੇ ਨੇ ਉਹਨਾਂ ਰੂਲਸ ਰੈਗੂਲੇਸ਼ਨਸ ਪ੍ਰੋਗਰਾਮ ਨੂੰ ਜਾਣਨ ਦੇ ਲਈ ਇੱਕ ਵਧੀਆ ਕੰਸਲਟੈਂਟ ਦੇ ਨਾਲ ਜਿੱਥੇ ਸਲਾਹ ਕਰਨ ਦੀ ਲੋੜ ਹੈ ਉੱਥੇ ਆਪਣੀ ਪ੍ਰੋਫਾਈਲ ਬਣਾਉਣ ਦੀ ਵੀ ਲੋੜ ਹੈ ਆਪਣੀਆਂ ਪ੍ਰੋਫਾਈਲ ਬਣਾ ਲਈਆਂ ਜਾਣ ਹੋ ਸਕਦਾ ਡਰਾਅ ਮਿਨੀਮਮ ਵੀ ਆ ਜਾਵੇ ਪਿਛਲੀ ਵਾਰੀ ਤਰ੍ਹਾਂ ਸਰਪ੍ਰਾਈਜ਼ ਵੀ ਆ ਜਾਵੇ ਕਿ 75 ਤੇ ਡਰਾਅ ਨਿਕਲਿਆ ਸੀ ਜਾਂ ਹੋ ਸਕਦਾ 500 ਤੇ ਵੀ ਪਹੁੰਚ ਜਾਵੇ ਇਹ ਡਿਪੈਂਡ ਕਰਦਾ ਪਰ ਸਾਨੂੰ ਤਾਂ ਆਪਣੀ ਤਿਆਰੀ ਰੱਖਣੀ ਹੀ ਪੈਣੀ ਹੈ ਨਾ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੋਰ ਖਬਰਾਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ